पंजाब अपडेट देखने वाले सारे दर्शकों का स्वागत। मैं राजदीप सुहान ते खबरों वाल फतन तो पहला एक नज़र मुख्य सुर्खियां ते। पंजाब दे विच नवे डीजीपी की नियुक्ति की तैयारी। पंजाब सरकार दे वल्लों यूपीएससी नूं भेजिया गया नावां दा पैनल। दिनकर गुप्ता दे नाम दी भी कीती गई सिफारिश। चट्टोपाध्याय ते सहोता सने 10 नावां दा भेजिया गया है पैनल। ਹੁਣ 11 ਅਕਤੂਬਰ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਸਰਕਾਰੀ ਖਰੀਦ। ਮੀਂਹ ਦੇ ਮੌਸਮ ਦਾ ਹਵਾਲਾ ਦੇ ਕੇ ਕੇਂਦਰ ਨੇ ਬਦਲੀ ਤਾਰੀਖ। ਮੁੱਖ ਮੰਤਰੀ ਨੇ ਨਿਰਦੇਸ਼ ਵਾਪਸ ਲੈਣ ਦੀ ਦਿੱਤੀ ਸਲਾਹ। ਪੀਐਮ ਦੇ ਨਿੱਜੀ ਦਖਲ ਦੀ ਕੀਤੀ ਮੰਗ। ਝੋਨੇ ਦੀ ਸਰਕਾਰੀ ਖਰੀਦ ਤੇ ਕੇਂਦਰ ਦੇ ਫੈਸਲੇ ਤੇ ਮਚਿਆ ਘਮਾਸਾਨ। ਅਕਾਲੀ ਦਲ ਨੇ ਕੀਤੀ ਫੈਸਲੇ ਦੀ ਨਿਖੇਧੀ। ਕਿਹਾ ਸਰਕਾਰ ਨੂੰ ਕਿਸਾਨਾਂ ਦੀ ਨਹੀਂ ਪਰਵਾਹ। ਕੇਂਦਰ ਆਪਣਾ ਫਰਮਾਨ ਤੁਰੰਤ ਲਏ ਵਾਪਸ। ਕਾਂਗਰਸ ਵਿਚਲਾ ਕਲੇਸ਼ ਸੁਲਝਾਵੇਗੀ ਤਾਲਮੇਲ ਕਮੇਟੀ। ਸੂਤਰਾਂ ਦੇ ਹਵਾਲੇ ਤੋਂ ਖਬਰ। ਮੁੱਖ ਮੰਤਰੀ ਤੇ ਸਿੱਧੂ ਵੀ ਹੋਣਗੇ ਕਮੇਟੀ ਦੇ ਮੈਂਬਰ। ਮਨਪ੍ਰੀਤ ਬਾਦਲ ਦੀ ਰਿਹਾਇਸ਼ ਤੇ ਪਹੁੰਚੇ ਹਰੀਸ਼ ਚੌਧਰੀ। ਗੁਲਾਬੀ ਸੁੰਡੀ ਦੀ ਮਾਰ ਤੋਂ ਪਰੇਸ਼ਾਨ ਕਿਸਾਨਾਂ ਨੇ ਲਾਏ ਸਰਕਾਰ ਤੇ ਇਲਜ਼ਾਮ। ਹਾਲੇ ਤੱਕ ਪਹਿਲਾਂ ਹੋਏ ਨੁਕਸਾਨ ਦੀ ਨਹੀਂ ਹੋਈ ਭਰਪਾਈ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਅੱਜ ਸ਼ਰਧਾ ਤੇ ਸਤਿਕਾਰ ਦੇ ਨਾਲ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਸੰਗਤਾਂ। ਕਰਦੇ ਹਾਂ ਬੁਲਟਨ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਦੇ ਵਿੱਚ ਜਾਣ ਦੀਆਂ ਕਿਆਸ ਅਰਾਈਆਂ ਨੇ ਜ਼ੋਰ ਫੜਿਆ ਹੋਇਆ। ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਉਹ ਹੁਣ ਕਾਂਗਰਸ ਦੇ ਵਿੱਚ ਨਹੀਂ ਰਹਿਣਗੇ, ਯਾਨੀ ਕਿ ਹੁਣ ਉਹ ਕਾਂਗਰਸ ਦਾ ਹਿੱਸਾ ਨਹੀਂ ਹੋਣਗੇ। ਹਾਲਾਂਕਿ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਣ ਜਾ ਰਹੇ, ਪਰ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਉਹ ਕਾਂਗਰਸ ਨੂੰ ਛੱਡਣ ਜਾ ਰਹੇ ਨੇ। ਬੀਤੇ ਦਿਨੀ ਉਹਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਉਹਨਾਂ ਦੀ ਮੁਲਾਕਾਤ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਹੋਈ। ਦੋਨਾਂ ਨੇ ਸੁਖਾਵੇਂ ਮਾਹੌਲ ਦੇ ਵਿੱਚ ਇੱਕ ਦੂਸਰੇ ਦੇ ਨਾਲ ਮੁਲਾਕਾਤ ਕੀਤੀ ਹੈ। ਫਿਰ ਉਸ ਤੋਂ ਬਾਅਦ ਉਹ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਮਿਲਣ ਗਏ, ਉਹਨਾਂ ਦੇ ਨਾਲ ਗੱਲਬਾਤ ਕੀਤੀ। ਉਸ ਤੋਂ ਬਾਅਦ ਆ ਕੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੇ ਜੋ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਉਹ ਤਿੰਨੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਉਹਨਾਂ ਨੇ ਅਪੀਲ ਕੀਤੀ ਕਿ ਇਸ ਨੂੰ ਰੱਦ ਕੀਤੇ ਜਾਣ, ਇਸ ਦਾ ਕੋਈ ਮਸਲਾ ਕਿਸਾਨਾਂ ਨਾਲ ਮਿਲ ਕੇ ਕੱਢਿਆ ਜਾਵੇ। ਤਾਂ ਇਸ ਮੁੱਦੇ ਨੂੰ ਲੈ ਕੇ ਉਹਨਾਂ ਨੇ ਗੱਲਬਾਤ ਕੀਤੀ, ਜਦਕਿ ਦੂਜੇ ਪਾਸੇ ਜੋ ਅਜੀਤ ਡੋਭਾਲ ਦੇ ਨਾਲ ਗੱਲਬਾਤ ਕੀਤੀ ਉਹ ਪੰਜਾਬ ਦੇ ਮਾਹੌਲ ਨੂੰ ਲੈ ਕੇ ਕੀਤੀ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਜੋ ਹੈ ਉਹ ਸੀਮਾਵਰਤੀ ਇੱਕ ਰਾਜ ਹੈ ਤੇ ਇਸ ਚੀਜ਼ ਨੂੰ ਲੈ ਕੇ ਪੰਜਾਬ ਦੇ ਵਿੱਚ ਜੋ ਅਮਨ ਕਾਨੂੰਨ ਦੀ ਜੋ ਵਿਵਸਥਾ ਹੈ ਉਸ ਨੂੰ ਲੈ ਕੇ ਅਜੀਤ ਡੋਭਾਲ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ। ਸੁਖਾਵੇਂ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ। मैंने कह दिया, दोपहर को आपने सुना होगा कि आई विल बी लीविंग द कांग्रेस पार्टी। ये उसका कोई कनेक्शन नहीं था, ये कुछ और बातें थी जो मैं सुबह भी कह चुका हूँ कि जो कई इश्यूज हैं सिक्योरिटी के वगैरह, जो मैं उनसे बात वही डोभाल साहब हमारे NSA हैं, मैटर्स रिलेटिंग टू सिक्योरिटी हैं जो मैं आपके साथ नहीं शेयर करूंगा।
लेकिन मैं 4 साल से देख रहा हूँ क्या हो रहा है पंजाब में, और उनके साथ शेयर की है। डेली ड्रोन्स आ रही हैं, जो ड्रोन पकड़े जाते हैं ठीक है, जो नहीं पकड़े जाते वो कहाँ जा रहे हैं, क्या काम है उनका, कौन उठा रहा है उनको, ये सारी बातें नेशनल सिक्योरिटी के साथ वन एट I will tell you later. I've already said so. Number one, I am not going to remain in the Congress. Number two, I am not joining the BJP. That is enough for me at the moment. क्या चीज मैं ऐसे सुनता नहीं कुछ। मैं ਤੁਹਾਨੂੰ ਪਹਿਲਾਂ ਵੀ ਕਿਹਾ ਹੈ, सिद्धू इज नॉट द राइट मैन फॉर पंजाब, एंड अगर वो लड़ेगा जहाँ से भी लड़ेगा मैं उसको नहीं जीतने दूंगा। आपने कहा कि आप जो है कांग्रेस से अलग हो जाएंगे, कब आप इस्तीफा जो है वो प्रेफरेंस सोनिया गांधी को अप्रोप्रिएट टाइम पे बताऊंगा आपको। ਤੇ ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਦੀ। ਪੰਜਾਬ ਕਾਂਗਰਸ ਦੇ ਵਿੱਚ ਮਚੇ ਕਾਟੋ ਕਲੇਸ਼ ਨੂੰ ਹੁਣ ਸੁਲਝਾਉਣ ਦੇ ਲਈ ਫਾਰਮੂਲਾ ਤਿਆਰ ਕੀਤਾ ਗਿਆ ਹੈ। ਸੂਤਰਾਂ ਦੇ ਮੁਤਾਬਿਕ ਨਵਜੋਤ ਸਿੰਘ ਸਿੱਧੂ ਹੀ ਹੁਣ ਪੀਪੀਸੀ ਦੇ ਪ੍ਰਧਾਨ ਬਣੇ ਰਹਿਣਗੇ ਤੇ ਇਸ ਸੰਬੰਧੀ ਇੱਕ ਤਾਲਮੇਲ ਕਮੇਟੀ ਬਣਾਉਣ ਦੀ ਗੱਲ ਆਖੀ ਗਈ ਹੈ। ਬੀਤੇ ਦਿਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਤੇ ਹਰੀਸ਼ ਚੌਧਰੀ ਦੀ ਮੁਲਾਕਾਤ ਹੋਈ ਹੈ। ਇਹਨਾਂ ਨੇ ਬੈਠ ਕੇ ਜਿਨ੍ਹਾਂ ਮੰਗਾਂ ਨੂੰ ਲੈ ਕੇ, ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਸਰਕਾਰ ਤੋਂ ਨਾਰਾਜ਼ ਚੱਲ ਰਹੇ ਸਨ, ਉਹਨਾਂ ਮੰਗਾਂ ਤੇ ਮੁੱਦਿਆਂ ਨੂੰ ਲੈ ਕੇ ਸੁਲਝਾਉਣ ਦੇ ਲਈ ਹੁਣ ਇੱਕ ਕਮੇਟੀ ਤਿਆਰ ਕੀਤੀ ਗਈ ਹੈ, ਜਿਸ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਤੇ ਹਰੀਸ਼ ਚੌਧਰੀ ਹੋਣਗੇ। ਤੇ ਇਸ ਮੀਟਿੰਗ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਮੀਟਿੰਗ ਦੇ ਵਿੱਚ ਜੋ ਨਵਜੋਤ ਸਿੰਘ ਸਿੱਧੂ ਦੇ ਜੋ ਮੁੱਦੇ ਸਨ, ਜਿਨ੍ਹਾਂ ਨੂੰ ਲੈ ਕੇ ਉਹ ਨਾਰਾਜ਼ ਚੱਲ ਰਹੇ ਸਨ, ਉਹਨਾਂ ਤੇ ਸਹਿਮਤੀ ਬਣੀ ਹੈ। ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਸਾਹਮਣੇ ਆਈ ਹੈ। ਬੀਤੇ ਦਿਨ ਪੰਜਾਬ ਭਵਨ 'ਚ ਬੈਠਕ ਹੋਈ ਸੀ। ਵਿਵਾਦ ਨੂੰ ਸੁਲਝਾਉਣ ਦੇ ਲਈ ਤਾਲਮੇਲ ਕਮੇਟੀ ਜਿਹੜੀ ਹੈ ਉਹ ਕੰਮ ਕਰੇਗੀ। ਇਸ ਦੇ ਵਿੱਚ ਸੀਐਮ, ਹਰੀਸ਼ ਚੌਧਰੀ ਤੇ ਸਿੱਧੂ ਹੋਣਗੇ, ਯਾਨੀ ਕਿ ਇਹ ਤਿੰਨੋਂ ਮਿਲ ਕੇ ਵੱਡੇ ਫੈਸਲੇ ਲੈਣਗੇ। ਤੇ ਕਮੇਟੀ ਦੇ ਜੇ ਇਹ ਮੈਂਬਰ ਹੋਣਗੇ ਤੇ ਇਹ ਵੀ ਕਿਹਾ ਜਾ ਰਿਹਾ ਕਿ ਹਰ ਹਫ਼ਤੇ ਇਸ ਕਮੇਟੀ ਦੀ ਬੈਠਕ ਹੋਵੇਗੀ ਅਤੇ ਇਸ ਬੈਠਕ ਦੇ ਵਿੱਚ ਸਾਰੇ ਮੁੱਦੇ ਵਿਚਾਰੇ ਜਾਣਗੇ। ਤੇ ਕੁਝ ਸੂਤਰਾਂ ਦੇ ਮੁਤਾਬਿਕ ਇਹ ਵੀ ਖਬਰ ਹੈ ਕਿ 4 ਅਕਤੂਬਰ ਨੂੰ ਇਸ ਕਮੇਟੀ ਦੀ ਪਹਿਲੀ ਮੀਟਿੰਗ ਹੋਣੀ ਹੈ ਅਤੇ ਇਹ ਵੀ ਖੁੱਲ ਕੇ ਸਾਹਮਣੇ ਆਇਆ ਕਿ ਐਡਵੋਕੇਟ ਜਨਰਲ ਦੇ ਨਾਮ ਤੇ ਕਾਂਗਰਸ ਹਾਈ ਕਮਾਨ ਜਿਹੜੀ ਹੈ ਉਹੀ ਫੈਸਲਾ ਲਵੇਗੀ, ਯਾਨੀ ਕਿ ਕਾਂਗਰਸ ਹਾਈ ਕਮਾਨ ਐਡਵੋਕੇਟ ਜਨਰਲ ਆਫ ਪੰਜਾਬ ਦੇ ਨਾਮ ਦਾ ਇੱਥੇ ਐਲਾਨ ਕਰੇਗੀ, ਉਹੀ ਤੈਅ ਕਰੇਗੀ ਕਿ ਪੰਜਾਬ ਦਾ ਐਡਵੋਕੇਟ ਜਨਰਲ ਕੌਣ ਹੋਵੇਗਾ। ਹਾਲਾਂਕਿ ਅਮਰਪ੍ਰੀਤ ਸਿੰਘ ਦਿਓਲ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਸੀ, ਉਹਨਾਂ ਦੇ ਨਾਮ ਨੂੰ ਲੈ ਕੇ ਘੋਸ਼ਣਾ ਵੀ ਕਰ ਦਿੱਤੀ ਗਈ ਸੀ, ਪਰ ਨਵਜੋਤ ਸਿੰਘ ਸਿੱਧੂ ਡੀਜੀਪੀ ਦੇ ਨਾਮ ਨੂੰ ਲੈ ਕੇ ਤੇ ਐਡਵੋਕੇਟ ਜਨਰਲ ਦੇ ਨਾਮ ਨੂੰ ਲੈ ਕੇ ਨਾਰਾਜ਼ ਚੱਲ ਰਹੇ ਸਨ। ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਮੈਂ ਲੰਮੀ ਲੜਾਈ ਲੜੀ ਹੈ, ਹੁਣ ਉਹ ਅਜਿਹੇ ਦਾਗੀ ਲੀਡਰਾਂ ਤੇ ਅਫਸਰਾਂ ਨੂੰ ਵੱਡੇ ਅਹੁਦੇ ਦਿੱਤੇ ਜਾ ਰਹੇ ਨੇ ਜਿਸ ਤੇ ਚੱਲਦੇ ਹੋਏ ਨਾਰਾਜ਼ ਸਨ। ਤੇ ਉਹਨਾਂ ਨੇ ਪਾਰਟੀ ਦੀ ਪੰਜਾਬ ਕਾਂਗਰਸ ਪ੍ਰਦੇਸ਼ ਦੀ ਪਾਰਟੀ ਜੋ ਹੈ ਉਸ ਦੀ ਪ੍ਰਧਾਨਗੀ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਸੀ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਸੀ। ਇਸੇ ਨੂੰ ਲੈ ਕੇ ਤੇ ਬੀਤੇ ਦਿਨ ਜਿਹੜੀ ਹੁਣ ਮੀਟਿੰਗ ਹੋਈ ਆ ਉਸ ਦੇ ਵਿੱਚ ਜੋ ਸੂਤਰਾਂ ਦੇ ਮੁਤਾਬਿਕ ਹੈ, ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਜੋ ਮੰਗਾਂ ਨੇ ਉਹਨਾਂ ਤੇ ਸਹਿਮਤੀ ਬਣੀ ਹੈ, ਮੁੱਦੇ ਸੁਲਝਾਏ ਜਾਣਗੇ। ਇਹ ਕਿਹਾ ਜਾ ਰਿਹਾ ਹੈ ਇਸ ਜੋ ਤਾਲਮੇਲ ਕਮੇਟੀ ਦਾ ਹਿੱਸਾ ਹੋਣਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਤੇ ਹਰੀਸ਼ ਚੌਧਰੀ। ਉਧਰ ਦੂਜੇ ਪਾਸੇ ਪੰਜਾਬ ਦੇ ਵਿੱਚ ਨਵੇਂ ਡੀਜੀਪੀ ਦੀ ਨਿਯੁਕਤੀਆਂ ਦੀਆਂ ਤਿਆਰੀਆਂ ਵਿੱਚ ਸਰਕਾਰ ਰੁੱਝੀ ਹੋਈ ਨਜ਼ਰ ਆ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਯੂਪੀਐਸਸੀ ਨੂੰ ਨਾਵਾਂ ਦਾ ਪੈਨਲ ਭੇਜਿਆ ਗਿਆ, ਯਾਨੀ ਕਿ ਇਸ ਪੈਨਲ ਦੇ ਵਿੱਚ ਉਹ ਨਾਮ ਨੇ ਜਿਨ੍ਹਾਂ ਨੂੰ ਪੰਜਾਬ ਦਾ ਡੀਜੀਪੀ ਲਗਾਇਆ ਜਾ ਸਕਦਾ ਹੈ। ਇਹਨਾਂ ਦੇ ਵਿੱਚ ਸਰਦਾਰ ਚਟੋਪਾਧਿਆਏ, ਇਕਬਾਲਪ੍ਰੀਤ ਸਿੰਘ ਸਹੋਤਾ ਦੇ ਨਾਮ ਸਭ ਤੋਂ ਉੱਤੇ ਨੇ, ਇੱਥੋਂ ਤੱਕ ਕਿ ਦਿਨਕਰ ਗੁਪਤਾ ਦੇ ਨਾਮ ਦੀ ਵੀ ਸਿਫਾਰਿਸ਼ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿਨਕਰ ਗੁਪਤਾ ਹੀ ਪੰਜਾਬ ਦੇ ਡੀਜੀਪੀ ਸਨ ਅਤੇ ਉਹਨਾਂ ਦੇ ਵੱਲੋਂ ਉਹ ਛੁੱਟੀ ਤੇ ਜਾਣ ਦਾ ਉਹਨਾਂ ਨੇ ਐਲਾਨ ਕੀਤਾ ਸੀ। ਤਾਂ ਉਹਨਾਂ ਦੀ ਛੁੱਟੀ ਦੇ ਚਲਦੇ ਹੋਏ ਇਕਬਾਲਪ੍ਰੀਤ ਸਿੰਘ ਸਹੋਤਾ ਕੰਮ ਸੰਭਾਲ ਰਹੇ ਸਨ, ਉਹਨਾਂ ਨੂੰ ਡੀਜੀਪੀ ਲਗਾਇਆ ਗਿਆ ਸੀ। ਪਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਨ੍ਹਾਂ ਨਾਵਾਂ ਦੀ ਸਿਫਾਰਿਸ਼ ਕੀਤੀ ਗਈ ਹੈ, ਸਿਧਾਰਥ ਚਟੋਪਾਧਿਆਏ ਦੇ ਨਾਲ ਦਿਨਕਰ ਗੁਪਤਾ ਦੇ ਨਾਮ ਦੀ ਸਿਫਾਰਿਸ਼ ਕੀਤੀ ਗਈ ਹੈ, ਯਾਨੀ ਕਿ ਕੁੱਲ 10 ਨਾਮ ਜਿਹੜੇ ਨੇ ਇਸ ਪੈਨਲ ਦੇ ਵਿੱਚ ਨੇ ਤੇ 10 ਨਾਵਾਂ ਦਾ ਪੈਨਲ ਜਿਹੜਾ ਹੈ ਉਹ ਯੂਪੀਐਸਸੀ ਨੂੰ ਭੇਜਿਆ ਗਿਆ ਹੈ, ਜਿਸ ਦੇ ਵਿੱਚੋਂ
ਬਾਅਦ ਦੇ ਵਿੱਚ UPSC ਜੋ ਹੈ ਉਹ ਨਾਵਾਂ ਨੂੰ ਚੁਣ ਕੇ ਇੱਕ ਪੈਨਲ ਬਣਾ ਕੇ ਭੇਜੇਗੀ ਪੰਜਾਬ ਸਰਕਾਰ ਨੂੰ ਤੇ ਉਹਨਾਂ ਦੇ ਵਿੱਚੋਂ ਹੀ ਕੋਈ DGP ਨਿਯੁਕਤ ਕੀਤਾ ਜਾਵੇਗਾ। ਤਾਂ ਦੱਸਦੇ ਇਸ ਤੋਂ ਪਹਿਲਾਂ ਜਿਨ੍ਹਾਂ ਨੂੰ DGP ਲਗਾਇਆ ਗਿਆ ਇਕਬਾਲਪ੍ਰੀਤ ਸਿੰਘ ਸਹੋਤਾ, ਉਹਨਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨਾਰਾਜ਼ ਚੱਲ ਰਹੇ ਨੇ। ਉਹਨਾਂ ਨੂੰ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਨਿਯੁਕਤੀ ਤੇ ਇਤਰਾਜ਼ ਹੈ ਤੇ ਇਸ ਨੂੰ ਲੈ ਕੇ ਕਾਂਗਰਸ ਦੇ ਵਿੱਚ ਫਿਲਹਾਲ ਜੋ ਕਾਟੋ ਕਲੇਸ਼ ਦਾ ਕਾਰਨ ਵੀ ਇਸ ਨੂੰ ਮੰਨਿਆ ਜਾ ਰਿਹਾ ਹੈ। ਸੋ ਫਿਲਹਾਲ ਪੰਜਾਬ ਸਰਕਾਰ ਦੇ ਵੱਲੋਂ UPSC ਨੂੰ 10 ਨਾਮਾਂ ਦੇ ਇੱਕ ਪੈਨਲ ਭੇਜਿਆ ਗਿਆ ਹੈ ਜਿਸ ਦੇ ਵਿੱਚ ਉਹ ਸਾਰੇ ਨਾਮ ਨੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ DGP ਹੋ ਸਕਦੇ ਨੇ। ਚਰਨਜੀਤ ਸਿੰਘ ਚੰਨੀ ਜਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਉਹ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ, ਪਰ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਮੰਤਰੀਆਂ ਨੂੰ ਵੀ ਪੂਰੇ ਐਕਸ਼ਨ ਦੇ ਵਿੱਚ ਰਹਿਣ ਦੀ ਗੱਲ ਉਹਨਾਂ ਨੇ ਆਖੀ ਹੈ। ਹਿਦਾਇਤਾਂ ਦਿੱਤੀਆਂ ਨੇ ਕਿ ਜੋ ਉਹਨਾਂ ਦੀਆਂ ਹਿਦਾਇਤਾਂ ਨੇ ਉਹਨਾਂ ਦੀ ਸਖਤੀ ਦੇ ਨਾਲ ਪਾਲਣਾ ਕੀਤੀ ਜਾਵੇ ਤੇ ਇਸ ਦੇ ਚੱਲਦੇ ਹੋਏ ਕੈਬਨਿਟ ਮੰਤਰੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਸਰਕਾਰੀ ਦਫ਼ਤਰ ਦੀ ਅਚਨਚੇਤ ਇੱਥੇ ਚੈਕਿੰਗ ਕੀਤੀ ਹੈ। ਪੁਲਿਸ ਹੈੱਡਕੁਆਟਰ ਦੇ ਵਿੱਚ ਪਹੁੰਚੇ ਨੇ, ਸਾਰੇ ਕਮਰਿਆਂ ਦੀ ਉਹਨਾਂ ਨੇ ਚੈਕਿੰਗ ਕੀਤੀ ਹੈ, ਉਹ ਸਾਰਾ ਜਾਇਜ਼ਾ ਲੈ ਰਹੇ ਨੇ। ਮੁੱਖ ਦਫ਼ਤਰ ਦੀ ਉਹਨਾਂ ਦੇ ਵੱਲੋਂ ਚੈਕਿੰਗ ਕੀਤੀ ਗਈ ਹੈ। ਸੈਕਟਰ 8 ਦੇ ਵਿੱਚ ਪੁਲਿਸ ਦਾ ਹੈੱਡਕੁਆਟਰ ਹੈ ਤੇ ਉੱਥੇ ਪਹੁੰਚ ਕੇ ਉਹਨਾਂ ਦੇ ਨਾਲ DGP ਇਕਬਾਲਪ੍ਰੀਤ ਸਿੰਘ ਸਹੋਤਾ ਵੀ ਖਾਸ ਤੌਰ ਤੇ ਮੌਜੂਦ ਨੇ ਅਤੇ ਉਹਨਾਂ ਨੂੰ ਸਾਰੀ ਜਾਣਕਾਰੀ ਮੁਹੱਈਆ ਕਰਵਾ ਰਹੇ ਨੇ। ਸੋ ਪੂਰੀ ਕੈਬਨਿਟ ਜਿਹੜੀ ਹੈ ਉਹ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ। ਦੂਜੇ ਪਾਸੇ ਦੇਖਿਆ ਤਸਵੀਰਾਂ ਸਾਹਮਣੇ ਆਈਆਂ ਕਿ ਰਾਜਾ ਵੜਿੰਗ ਜੋ ਨਵੇਂ ਟਰਾਂਸਪੋਰਟ ਮੰਤਰੀ ਨੇ ਉਹ PRTC ਦੀਆਂ ਬੱਸਾਂ ਦੇ ਵਿੱਚ ਸਫ਼ਰ ਕਰਦੇ ਨਜ਼ਰ ਆ ਰਹੇ ਨੇ, ਲੋਕਾਂ ਦੀਆਂ ਮੁਸ਼ਕਿਲਾਂ ਜਾਣ ਰਹੇ ਨੇ। ਦੂਜੇ ਪਾਸੇ ਹੁਣ ਉਪ ਮੁੱਖ ਮੰਤਰੀ ਤੇ ਕੈਬਨਿਟ ਮਿਨਿਸਟਰ ਗ੍ਰਹਿ ਮੰਤਰੀ ਜਿਹੜੇ ਨੇ ਸੁਖਜਿੰਦਰ ਰੰਧਾਵਾ ਉਹ ਵੀ ਪੂਰੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ। ਉਹਨਾਂ ਦੇ ਵੱਲੋਂ ਪੁਲਿਸ ਹੈੱਡਕੁਆਟਰ ਦਾ ਦੌਰਾ ਕੀਤਾ ਗਿਆ, ਦਫ਼ਤਰ ਦੇ ਵਿੱਚ ਗਏ, ਸਾਰੇ ਕਮਰਿਆਂ ਦਾ ਉਹਨਾਂ ਨੇ ਜਾਇਜ਼ਾ ਲਿਆ ਕਿ ਕਿਸ ਤਰੀਕੇ ਦੇ ਨਾਲ ਕੰਮ ਹੋ ਰਿਹਾ ਹੈ ਤੇ ਉਹਨਾਂ ਦੇ ਨਾਲ DGP ਇਕਬਾਲਪ੍ਰੀਤ ਸਿੰਘ ਸਹੋਤਾ ਖਾਸ ਤੌਰ ਤੇ ਨਜ਼ਰ ਆ ਰਹੇ ਨੇ। ਸੋ ਵੱਡੇ ਅਧਿਕਾਰੀ ਉਹਨਾਂ ਦੇ ਨਾਲ ਨੇ ਤੇ ਉਹਨਾਂ ਨੂੰ ਸਾਰਾ ਸਥਿਤੀ ਦਾ ਜਾਇਜ਼ਾ, ਪੂਰੀ ਕੰਮਕਾਰ ਦਾ ਜਾਇਜ਼ਾ ਉਹ ਲੈ ਰਹੇ ਨੇ ਇੱਥੇ ਤੇ ਪੂਰੀ ਜੋ ਕੈਬਨਿਟ ਮੰਤਰੀ ਨੇ ਪੂਰੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਆਮ ਲੋਕਾਂ ਵਿੱਚ ਜਾ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ, ਥਾਂ ਥਾਂ ਦਾ ਦੌਰਾ ਕਰ ਰਹੇ ਨੇ ਤੇ ਉਹਨਾਂ ਨੇ ਆਪਣੇ ਮੰਤਰੀਆਂ ਨੂੰ ਵੀ ਅਜਿਹਾ ਕਰਨ ਦੀ ਖਾਸ ਹਿਦਾਇਤ ਦਿੱਤੀ ਹੈ। ਬਰਸਾਤ ਕਾਰਨ ਝੋਨੇ ਦੀ ਫਸਲ ਦੇ ਵਿੱਚ ਆਈ ਵਾਧੂ ਨਮੀ ਦੇ ਚੱਲਦੇ ਹੋਏ ਝੋਨੇ ਦੀ ਖਰੀਦ ਦੀ ਸਰਕਾਰੀ ਤਰੀਕ ਬਦਲ ਦਿੱਤੀ ਗਈ ਹੈ। ਹੁਣ 1 ਅਕਤੂਬਰ ਦੀ ਜਗ੍ਹਾ 11 ਅਕਤੂਬਰ ਨੂੰ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇਗੀ। ਨੋਟਿਸ ਦੁਆਰਾ ਸਰਕਾਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਭਾਰਤ ਸਰਕਾਰ ਦੇ ਵੱਲੋਂ ਖਾਸ ਤੌਰ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਯਾਨੀ ਕਿ ਜੋ ਅੱਜ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣੀ ਸੀ ਉਹ ਨਹੀਂ ਹੋਵੇਗੀ, ਹੁਣ 11 ਅਕਤੂਬਰ ਨੂੰ ਹੋਵੇਗੀ। ਇਹ ਖਾਸ ਤੌਰ ਤੇ ਜੋ ਬਰਸਾਤਾਂ ਹੁਣ ਹੋਈਆਂ ਨੇ ਜਾਂ ਜੋ ਮੀਂਹ ਪਏ ਨੇ ਉਹਨਾਂ ਦੇ ਕਾਰਨ ਫਸਲ ਦੇ ਵਿੱਚ ਆਈ ਵਾਧੂ ਨਮੀ ਦੇ ਕਾਰਨ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਸਰਕਾਰ ਦਾ ਅਜਿਹਾ ਕਹਿਣਾ ਹੈ ਕਿ ਜੋ ਬਰਸਾਤਾਂ ਦੇ ਦਿਨ ਨੇ ਉਸ ਦੇ ਕਾਰਨ ਜੋ ਫਸਲ ਦੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਵੱਧ ਗਈ ਹੈ। ਸੋ ਉਸ ਨੂੰ ਲੈ ਕੇ ਜੋ ਸਰਕਾਰੀ ਖਰੀਦ ਹੈ ਉਸ ਦੀ ਜੋ ਤਰੀਕ ਉਹ ਟਾਲੀ ਗਈ ਹੈ। 1 ਅਕਤੂਬਰ ਯਾਨੀ ਕਿ ਅੱਜ ਤੋਂ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਸ਼ੁਰੂ ਹੋਣੀ ਸੀ ਝੋਨੇ ਦੀ, ਜੋ ਕਿ ਅੱਜ ਨਾ ਹੋ ਕੇ 11 ਅਕਤੂਬਰ ਨੂੰ ਹੋਵੇਗੀ। ਝੋਨੇ ਦੀ ਖਰੀਦ ਮੁਲਤਵੀ ਕਰਨ ਤੇ ਮੁੱਖ ਮੰਤਰੀ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਗਿਆ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਕਿ ਝੋਨੇ ਦੀ ਖਰੀਦ ਜਿਹੜੀ ਹੈ ਉਹ ਅੱਗੇ ਨਾ ਪਾਈ ਜਾਵੇ ਤੇ ਇਸ ਸੰਬੰਧੀ ਉਹਨਾਂ ਨੇ ਅਪੀਲ ਕਰਦੇ ਹੋਏ ਨਜ਼ਰ ਆਏ ਨੇ। ਮੰਗ ਪੱਤਰ ਦੇ ਜ਼ਰੀਏ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਖਲ ਦੀ ਮੰਗ ਕੀਤੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਅਤੇ ਆਪਣਾ ਨੋਟੀਫਿਕੇਸ਼ਨ ਵਾਪਸ ਲੈਣ ਦੀ ਅਪੀਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਆਪਣਾ ਸਰਕਾਰ ਜੋ ਨੋਟੀਫਿਕੇਸ਼ਨ ਉਹਨਾਂ ਨੇ ਜਾਰੀ ਕੀਤਾ ਹੈ 11 ਅਕਤੂਬਰ ਨੂੰ ਸਰਕਾਰੀ ਖਰੀਦ ਦਾ, ਉਸ ਨੂੰ ਲੈ ਕੇ ਸਰਕਾਰ ਇਸ ਮਾਮਲੇ ਵੱਲ ਧਿਆਨ ਦੇਵੇ। ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪੂਰੇ ਮਾਮਲੇ ਦੇ ਵਿੱਚ ਆਪਣੀ ਦਖਲ ਦੇਣ ਅਤੇ 11 ਦੀ ਬਜਾਏ 1 ਅਕਤੂਬਰ ਤੋਂ ਹੀ ਖਰੀਦ ਸ਼ੁਰੂ ਕਰਨ ਦੀ ਉਹਨਾਂ ਨੇ ਮੰਗ ਕੀਤੀ ਹੈ। ਸੋ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਇਸ ਸੰਬੰਧੀ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਗਈ ਹੈ। ਅਤੇ ਅੱਜ ਤੋਂ ਜੋ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣੀ ਸੀ ਉਹ ਅੱਜ ਤੋਂ ਨਹੀਂ ਹੋਵੇਗੀ। ਕੇਂਦਰ ਸਰਕਾਰ ਦੇ ਵੱਲੋਂ ਖਾਸ ਤੌਰ ਤੇ ਨਿਰਦੇਸ਼ ਜਾਰੀ ਕੀਤੇ ਗਏ ਨੇ, ਪਰ ਅਕਾਲੀ ਦਲ ਦੇ ਵੱਲੋਂ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਗਈ ਹੈ। ਤੋਂ ਜਿਹੜੀ ਝੋਨੇ ਦੀ ਖਰੀਦ ਬਹੁਤ
ਵੱਡੇ ਅਫਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ ਦਾ ਸ਼ਾਹੀ ਫਰਮਾਨ ਆਇਆ ਹੈ ਕਿ 1 ਅਕਤੂਬਰ ਤੋਂ ਜਿਹੜੀ ਝੋਨੇ ਦੀ ਖਰੀਦ ਸ਼ੁਰੂ ਹੋਣੀ ਸੀ ਉਹ 11 ਤਰੀਕ ਦੇ ਉੱਤੇ ਪਾ ਦਿੱਤੀ ਗਈ। ਕਿਸਾਨ ਖੇਤਾਂ ਦੇ ਵਿੱਚੋਂ ਸੁੱਕਾ ਝੋਨਾ ਲੈ ਕੇ ਮੰਡੀਆਂ 'ਚ ਪਹੁੰਚ ਰਿਹਾ, ਪਰ ਉੱਤੋਂ ਫਰਮਾਨ ਆ ਗਿਆ ਕਿ ਹੁਣ 11 ਤਰੀਕ ਨੂੰ ਹੋਏਗੀ। ਨਾ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਚਿੰਤਾ ਔਰ ਸੂਬੇ ਦੀ ਸਰਕਾਰ ਸਾਡੀ ਇੱਕ ਦੂਜੇ ਦੇ ਕੱਪੜੇ ਪਾਉਣ ਲੱਗੀ ਹੋਈ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਕਿਸਾਨਾਂ ਤੋਂ ਕਿਸ ਚੀਜ਼ ਦਾ ਬਦਲਾ ਲਿਆ ਜਾ ਰਿਹਾ। ਮੈਂ ਕੇਂਦਰ ਸਰਕਾਰ ਨੂੰ ਵੀ ਸੂਬੇ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਡਟ ਕੇ ਕਿਸਾਨਾਂ ਦੇ ਨਾਲ ਖੜਾ। ਇਹ ਜਿਹੜਾ ਆਰਡਰ ਹੈ ਤੁਰੰਤ ਵਾਪਸ ਹੋਣਾ ਚਾਹੀਦਾ, ਨਹੀਂ ਤਾਂ ਲੋਕਾਂ ਦੇ ਰੋਹ ਦਾ ਮੁਕਾਬਲਾ ਕਰਨ ਵਾਸਤੇ ਤੁਹਾਨੂੰ ਦੋਨਾਂ ਨੂੰ ਤਿਆਰ ਰਹਿਣਾ ਚਾਹੀਦਾ। ਅੱਜ ਹੀ ਖਬਰ ਆਈ ਹੈ ਕਿ ਗਵਰਨਮੈਂਟ ਆਫ ਇੰਡੀਆ ਨੇ ਝੋਨੇ ਦੀ ਜਿਹੜੀ ਖਰੀਦ ਹੈ, ਪ੍ਰੋਕਿਉਰਮੈਂਟ ਹੈ, ਉਸ ਨੂੰ 10 ਦਿਨ ਨਾਲ ਡਿਲੇ ਕਰਤਾ ਔਰ ਉਹਦੇ 'ਚ ਬਹਾਨਾ ਇਹ ਲਾਇਆ ਗਿਆ ਕਿ ਮੋਇਸਚਰ ਕੰਟੈਂਟ ਬਹੁਤ ਜ਼ਿਆਦਾ। ਜੋ ਮੇਰੀ ਕਿਸਾਨ ਭਰਾਵਾਂ ਨਾਲ ਗੱਲ ਹੋਈ ਆ, ਪੰਜਾਬ ਦੇ ਕੋਨੇ-ਕੋਨੇ 'ਚ ਲੋਕਾਂ ਨਾਲ ਜਿੱਥੇ ਗੱਲ ਹੋਈ ਆ, ਸਾਰੇ ਗੱਲ ਕਹਿ ਰਹੇ ਆ ਕਿ ਜੋ ਮੋਇਸਚਰ ਦਾ ਲੈਵਲ ਹੈ ਉਹ ਲੈਵਲ ਦੇ ਅੰਦਰ ਹੈ। ਮੋਇਸਚਰ ਦਾ ਕੰਟੈਂਟ ਕੋਈ ਇੰਨਾ ਜ਼ਿਆਦਾ ਨਹੀਂ ਹੈ ਜਿਵੇਂ ਦੱਸਿਆ ਜਾ ਰਿਹਾ। ਇਹ ਕੱਲੀ ਤੇ ਕੱਲੀ ਮੈਂ ਸਮਝਦਾ ਪੰਜਾਬ ਸਰਕਾਰ ਦੀ ਫੇਲੀਅਰ ਔਰ ਗਵਰਨਮੈਂਟ ਆਫ ਇੰਡੀਆ ਦੀ ਫੇਲੀਅਰ। ਇਹ ਦੋਵੇਂ ਪੰਜਾਬ ਦੀ ਸਰਕਾਰ ਆਪ ਦੀ ਕੁਰਸੀ ਦੀ ਲੜਾਈ ਤੱਕ ਸੀਮਿਤ ਰਹਿ ਗਈ ਹੈ। ਲੋਕਾਂ ਦਾ ਭਲਾ, ਝੋਨੇ ਦੀ ਪ੍ਰੋਕਿਉਰਮੈਂਟ ਨੂੰ ਲੈ ਕੇ ਇਹਨਾਂ ਨੂੰ ਕੋਈ ਚਿੰਤਾ ਨਹੀਂ ਹੈ। ਇਸ ਲਈ ਜੋ ਇਹ ਹਾਲ ਅੱਜ ਪੰਜਾਬ ਦੇ ਕਿਸਾਨਾਂ ਦਾ ਹੋ ਰਿਹਾ ਹੈ, ਉਹਦੇ ਲਈ ਗਵਰਨਮੈਂਟ ਆਫ ਇੰਡੀਆ ਤਾਂ ਮੋਦੀ ਸਰਕਾਰ ਜ਼ਿੰਮੇਵਾਰ ਹੈ ਹੀ, ਮਗਰ ਨਾਲ ਹੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ। ਮੈਂ ਉਮੀਦ ਕਰਦਾ, ਆਸ ਕਰਦਾ, ਬੇਨਤੀ ਕਰਦਾ ਕਿ ਇਮੀਡੀਏਟਲੀ, ਕਿਉਂਕਿ ਫਸਲ ਆਲਰੇਡੀ ਮੰਡੀ 'ਚ ਪਹੁੰਚਣੀ ਸ਼ੁਰੂ ਹੋ ਗਈ ਹੈ ਔਰ ਇਹ ਖਰੀਦ ਇਮੀਡੀਏਟਲੀ ਸਰਕਾਰ ਸ਼ੁਰੂ ਕਰੇ। ਜੇ ਨਹੀਂ ਸ਼ੁਰੂ ਕਰੂਗੀ ਤੇ ਮੈਂ ਸਮਝਾਂਗਾ ਕਿ ਇਹ ਮੋਦੀ ਸਰਕਾਰ ਨਾਲ ਰਲ ਕੇ ਪੰਜਾਬ ਦੇ ਕਿਸਾਨਾਂ ਨੂੰ ਕਾਲੇ ਕਾਨੂੰਨਾਂ ਕਰਕੇ ਇਹਨਾਂ ਨੂੰ ਸਜ਼ਾ ਦੇਣ ਦਾ ਕੰਮ ਕਰ ਰਹੀ ਹੈ, ਖਰਾਬ ਕਰਨ ਦਾ ਕੰਮ ਕਰ ਰਹੀ ਹੈ। ਕੇਂਦਰ ਦੇ ਇਸ ਨਿਰਦੇਸ਼ ਤੇ ਸਿਆਸੀ ਪਾਰਟੀਆਂ ਨਹੀਂ ਬਲਕਿ ਕਿਸਾਨ ਆਗੂਆਂ ਦੇ ਵੱਲੋਂ ਵੀ ਆਪਣੇ ਬਿਆਨ ਦਿੱਤੇ ਜਾ ਰਹੇ ਨੇ ਤੇ ਇਸ ਕੇਂਦਰ ਦੇ ਇਸ ਫਰਮਾਨ ਦੀ ਉਹਨਾਂ ਨੇ ਆਲੋਚਨਾ ਕੀਤੀ ਹੈ। ਉਧਰ ਦੂਜੇ ਪਾਸੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵੀ ਬਿਆਨ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਦੇ ਇਸ ਫਰਮਾਨ ਦੇ ਨਾਲ ਕਿਸਾਨਾਂ ਦੀ तबाही ਦਾ ਫਰਮਾਨ ਸਾਹਮਣੇ आया है। सरकार को साफ तौर पे चेतावनी देना चाहते हैं कि कल खरीद शुरू कर ले खट्टर साहब, हमारा खून मत जला, हमारा सत मत देख, कल खरीद शुरू कर ले, अच्छा रहेगा। फिर चेतावनी दे रहे हैं कल खरीद शुरू कर ले, वरना परसों तेरे एमएलए, तेरे एमपी, तेरे नेताओं को इस तरीके से घेरेंगे, घर में बंद करेंगे, उनका कुत्ता भी बाहर नहीं निकल पाएगा। किसान साथियों, कल का दिन इंतजार कर लो। अगर कल खरीद नहीं आती है, परसों सबके घर घेर लो, भरी हुई ट्रैलियां जीरी की इनके मकानों के आगे अड़ा दो, चाहे एमपी हो, चाहे एमएलए हो, बीजेपी का और जेजेपी का, इनके घर का कुत्ता भी बाहर नहीं निकल जाना चाहिए। ये हाल इनका कर दो परसों को, अगर कल खरीद नहीं आती है। बिल्कुल साफ चेतावनी दे रहे हैं कि कल सरकार खरीद शुरू कर ले, वरना रिजल्ट बड़ा गंभीर भुगतना पड़ेगा। धन्यवाद। ਉਧਰ ਦੂਜੇ ਪਾਸੇ ਤਰਨਤਾਰਨ ਦੀ ਗੱਲ ਕੀਤੀ ਜਾਵੇ ਤਾਂ ਤਰਨਤਾਰਨ ਦੇ ਪਿੰਡ ਚੰਬਾ ਖੁਰਦ ਦੇ ਵਿੱਚ ਇੱਕ ਘਰ ਤੇ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਇਹ ਨੌਜਵਾਨ ਘਰ ਦੀਆਂ ਕੰਧਾਂ ਟੱਪ ਕੇ ਘਰ ਦੇ ਅੰਦਰ ਦਾਖਲ ਹੋਏ। ਉਸ ਤੋਂ ਬਾਅਦ ਪਰਿਵਾਰ ਤੇ ਹਮਲਾ ਕੀਤਾ, ਘਰ ਦੇ ਸ਼ੀਸ਼ੇ ਤੋੜੇ ਗਏ, ਖਿੜਕੀਆਂ ਦੇ ਸ਼ੀਸ਼ੇ ਤੋੜੇ ਗਏ, ਦਰਵਾਜ਼ਿਆਂ ਦੇ ਸ਼ੀਸ਼ੇ ਤੋੜੇ ਗਏ ਅਤੇ ਘਰਦਿਆਂ ਦੀ ਕੁੱਟਮਾਰ ਕੀਤੀ ਗਈ, ਜਿਸ ਦੇ ਵਿੱਚ 2 ਔਰਤਾਂ ਜ਼ਖਮੀ ਹੋਈਆਂ ਨੇ ਜੋ ਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਤੁਹਾਨੂੰ ਦੱਸ ਦਈਏ ਕਿ ਇਹ ਤਰਨਤਾਰਨ ਦੇ ਚੰਬਾ ਖੁਰਦ ਦਾ ਮਾਮਲਾ ਹੈ ਅਤੇ ਮਾਮਲਾ ਦੱਸਿਆ ਜਾਂਦਾ ਹੈ ਪਤੀ ਪਤਨੀ ਦੇ ਵਿਵਾਦ ਦਾ ਕਿ ਪਤੀ ਪਤਨੀ ਦੇ ਵਿਚਕਾਰ ਇਹ ਵਿਵਾਦ ਚੱਲ ਰਿਹਾ ਸੀ, ਜਿਸ ਤੋਂ ਬਾਅਦ ਥਾਣੇ ਦੇ ਵਿੱਚ ਕੁਝ ਮੋਤਬਰ ਵਿਅਕਤੀਆਂ ਦੀ ਹਾਜ਼ਰੀ ਦੇ ਵਿੱਚ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਮਾਮਲਾ ਨਹੀਂ ਸੁਲਝਿਆ। ਉਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਬੀਤੇ ਦਿਨ ਕੁਝ ਨੌਜਵਾਨ ਜਿਹੜੇ ਨੇ 8-9 ਨੌਜਵਾਨ ਬਾਈਕ ਤੇ ਸਵਾਰ ਹੋ ਕੇ ਇੱਥੇ ਪਹੁੰਚੇ ਅਤੇ ਉਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਵੀ ਫੜੇ ਹੋਏ ਸਨ। ਉਸ ਤੋਂ ਬਾਅਦ ਉਹ ਘਰ ਦੀ ਕੰਧਾ ਟੱਪ ਕੇ ਅੰਦਰ ਦਾਖਲ ਹੁੰਦੇ ਨੇ। ਘਰ ਦੇ ਵਿੱਚ ਕਿਸ ਕਿਸਮ ਦੀ ਤੋੜ-ਭੰਨ ਉਹਨਾਂ ਦੇ ਵੱਲੋਂ ਕੀਤੀ ਗਈ ਉਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਤੇ ਦੱਸਿਆ ਜਾਂਦਾ ਹੈ ਕਿ ਇਸ ਦੇ ਵਿੱਚ 2 ਔਰਤਾਂ ਜ਼ਖਮੀ ਹੋਈਆਂ ਨੇ ਜੋ ਕਿ ਜ਼ੇਰੇ ਇਲਾਜ ਨੇ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਅਸੀਂ ਰੋਟੀ ਖਾਧੀ 8 ਵਜੇ, ਅਸੀਂ ਟੀਵੀ ਦੇਖ ਰਹੇ ਸੀ। ਰੋਟੀ ਖਾਣ ਤੋਂ ਬਾਅਦ ਅਚਾਨਕ ਕੀ ਦੇਖਦੇ ਹਾਂ ਕਿ 30-40 ਬੰਦੇ ਮੋਟਰਸਾਈਕਲਾਂ ਤੇ
ਬਾਹਰ ਸਾਡੇ ਘਰ ਦੇ ਬਾਹਰ ਅਸੀਂ LCD ਦੇ ਵਿੱਚ ਵੇਖ ਲਿਆ ਕੈਮਰਿਆਂ ਦੇ ਵਿੱਚ ਕਿ ਉਹ ਘਰ ਦੇ ਬਾਹਰ ਅਚਾਨਕ ਆ ਗਏ। ਮੈਨੂੰ ਸੁੱਝ ਗਈ ਅਟੈਕ ਹੋ ਰਿਹਾ। ਅਸੀਂ ਜਿਹੜੇ ਸਾਡੇ ਘਰ ਦੇ ਮੇਨ ਦਰਵਾਜ਼ੇ ਆ ਉਹ ਮੈਂ ਅੰਦਰੋਂ ਬੰਦ ਕੀਤੇ। ਫਿਰ ਮੈਂ ਆਪਣੀ ਯਾਨੀ ਕਿ ਉਹਨਾਂ ਤੋਂ ਇਹਨਾਂ ਬੰਦਿਆਂ ਤੋਂ ਜਾਨ ਬਚਾਈ ਆ। ਪਰ ਉਹਨਾਂ ਨੇ ਮੇਰੀ ਚਾਚੀ ਜਿਹੜੀ ਮੇਰੀ ਮਾਸੀ ਵੀ ਆ, ਮੇਰੀ ਛੋਟੀ ਭਰਜਾਈ, ਉਹਨਾਂ ਨੂੰ ਟਾਰਗੇਟ ਕੀਤਾ। ਟਾਰਗੇਟ ਤੀਸਰਾ ਮੈਂ ਵੀ ਸੀ ਤੇ ਤਿੰਨਾਂ ਬੰਦਿਆਂ ਨੂੰ ਟਾਰਗੇਟ ਕਰਨਾ ਸੀ ਉਹਨਾਂ ਨੇ, ਪਰ ਮੈਂ ਆਪਣੀ ਭੱਜ ਕੇ ਜਾਨ ਬਚਾਈ ਆ ਕਿਸੇ ਵੀ ਤਰ੍ਹਾਂ। ਹਰਜਿੰਦਰ ਸਿੰਘ ਜਿਹੜੇ ਨੇ ਠੱਠੀਆਂ ਮਹੰਤਾ ਵਿਆਹੇ ਹੋਏ ਸੀ, ਉਹਨਾਂ ਦਾ ਆਪਣੀ ਘਰ ਵਾਲੀ ਰਾਜਵਿੰਦਰ ਕੌਰ ਦੇ ਨਾਲ ਡੋਮੈਸਟਿਕ ਜਿਹੜਾ ਆਪਸ ਵਿੱਚ ਮੀਆਂ ਬੀਬੀ ਦਾ ਝਗੜਾ ਚੱਲਦਾ ਸੀ। ਕੱਲ੍ਹ ਰਾਤੀ ਜਿਹੜੀ ਆ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਆ ਵੀ ਕੁਝ ਜਿਹੜੇ ਲੜਕੀ ਪਰਿਵਾਰ ਦੇ ਵੱਲੋਂ ਭੇਜੇ ਗਏ 17-18 ਬੰਦਿਆਂ ਨੇ ਹਰਜਿੰਦਰ ਸਿੰਘ ਦੇ ਘਰ 'ਤੇ ਹਮਲਾ ਕੀਤਾ। ਸਤਨਾਮ ਕੌਰ ਤੇ ਮਨਪ੍ਰੀਤ ਕੌਰ ਜ਼ਖਮੀ ਹੋਈ ਆ। SHO ਗੋਇੰਦਵਾਲ ਨੇ ਇਹਦਾ ਮੌਕਾ ਜਿਹੜਾ ਉਹ ਵੇਖ ਲਿਆ। ਇਹਨਾਂ ਦੇ ਬਿਆਨ ਹਾਸਲ ਕਰਕੇ ਜੋ ਵੀ ਲੀਗਲ ਕਾਰਵਾਈ ਬਣਦੀ ਆ ਉਹ ਕੇਸ ਰਜਿਸਟਰ ਕੀਤਾ ਜਾਊਗਾ ਤੇ ਇੱਦਾਂ ਦੇ ਜਿਹੜੇ ਗੁੰਡਾ ਅਨਸਰ ਨੇ ਜਿਹੜੇ ਕਾਨੂੰਨ ਨੂੰ ਆਪਣੇ ਹੱਥ 'ਚ ਲੈਂਦੇ ਨੇ, ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਜਾਰੀ ਕੀਤੇ ਗਏ ਝੋਨੇ ਦੇ ਬੀਜਾਂ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ। ਫਰੀਦਕੋਟ ਦੇ ਇੱਕ ਕਿਸਾਨ ਨੇ ਝੋਨੇ ਦੇ ਬੀਜਾਂ ਦੇ ਵਿੱਚ ਰਿਲੇਵਾ ਹੋਣ ਦੀ ਗੱਲ ਆਖੀ ਹੈ। ਕਿਸਾਨ ਦਾ ਕਹਿਣਾ ਹੈ ਕਿ ਉਸ ਦੀ ਅੱਧੀ ਫਸਲ ਪੱਕ ਚੁੱਕੀ ਹੈ, ਜਦਕਿ ਅੱਧੀ ਫਸਲ ਪੱਕਣ ਨੂੰ ਹਲੇ 20 ਦਿਨ ਦਾ ਸਮਾਂ ਲੱਗੇਗਾ। ਕਿਸਾਨ ਨੇ ਵੱਡਾ ਆਰਥਿਕ ਹੋਣ ਦੀ ਗੱਲ ਆਖੀ ਹੈ। ਸਮੱਸਿਆ ਬੀਜ ਲੈਂਦਾ ਯੂਨੀਵਰਸਿਟੀ ਤੋਂ ਤੇ ਉਹ ਸਾਡਾ 3 ਤਰ੍ਹਾਂ ਦਾ ਰਲਾ ਆ ਗਿਆ ਤੇ ਸਾਡਾ ਤਾਂ ਉਹ ਜੋ ਨਿਸਰਿਆ ਉਦੋਂ ਪਤਾ ਲੱਗਾ ਹੈ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੇ ਸਾਡੇ ਤਾਂ ਪੱਲੇ ਹੀ ਕੁਛ ਨਹੀਂ ਪੈਣਾ। ਸਾਰਾ ਕੁਝ ਅੱਧਾ ਪੱਕ ਜੂ, ਕੋਈ ਵਿਚਾਲੇ ਡਿੱਗ ਪੂਗਾ, ਕੁਛ ਕਿਵੇਂ ਹੋ ਜਾਊਗਾ। ਸਾਡਾ ਘੱਟ ਤੋਂ ਘੱਟ 4-5 ਲੱਖ ਦਾ ਨੁਕਸਾਨ ਹੈ ਜੀ। ਤੇ ਗੱਲ ਕੀ ਬਣੀ ਹੈ ਜੀ ਸਾਰੀ ਇਹ? ਗੱਲ ਇਹ 20 ਬਸ ਰਲਾ ਆ ਗਿਆ ਮਗਰੋਂ ਤੇ ਉਹ ਉਵੇਂ ਅਸੀਂ ਤਾਂ ਪਨੀਰੀ ਬੀਜਤੀ। ਸਾਡੇ ਕੋਲ ਬਿੱਲ ਪੱਕਾ ਪਿਆ, ਉਹਨਾਂ ਦਾ ਗੱਟੇ ਪਏ, ਉਹਨਾਂ ਦੇ ਸਬੂਤ ਪਿਆ, ਸਾਰਾ ਕੁਝ ਸਾਡੇ ਕੋਲੇ ਹੈ। ਅਸੀਂ ਉੱਥੇ ਅਰਜੀ ਲੈ ਦਿੱਤੀ ਸੀ, ਉਹਨਾਂ ਦੇ ਸਾਨੂੰ ਗੱਟੇ ਲਿਆ ਕੇ ਤੇ ਅਸੀਂ ਗੱਟੇ ਵੀ ਵਿਖਾਉਂਦੇ ਹੈ ਤੇ ਬਿੱਲ ਵੀ ਪੱਕਾ ਸੀ, ਫੋਟੋ ਦੇ ਨਾਲ ਅਰਜੀ ਦੇ ਦਿੱਤੀ ਚੀਫ ਤੇ ਚੀਫ ਨੇ ਖੇਤੀਬਾੜੀ ਨੂੰ ਮਾਰ ਕਰਤਾ। ਖੇਤੀਬਾੜੀ ਨੇ ਮੌਕਾ ਵੇਖ ਗਿਆ ਤੇ ਉਹ ਰਿਪੋਰਟ ਬਣਾ ਕੇ ਉਹਨਾਂ ਚੀਫ ਨੇ ਉਹਨਾਂ ਨੂੰ ਯੂਨੀਵਰਸਿਟੀ ਦੇ ਦੇਣੀ ਹੈ। ਬਸ ਇਹ ਦੱਸਣਾ ਚਾਹੁੰਦਾ ਕਿ ਸੁਰਿੰਦਰ ਕੁਮਾਰ ਸਾਨੂੰ ਕੇਵਲ ਕ੍ਰਿਸ਼ਨ ਬੇਗੂਵਾਲਾ ਨੇ ਸਾਨੂੰ 21/9/2021 ਨੂੰ ਇੱਕ ਦਰਖਾਸਤ ਦਿੱਤੀ ਸੀ। PR 100 ਝੋਨਾ ਉਹਨਾਂ ਨੇ ਯੂਨੀਵਰਸਿਟੀ ਤੋਂ ਲਿਆ ਸੀ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਕੋਈ ਮਿਕਸਿੰਗ ਆ। ਅਸੀਂ 22/9/2021 ਨੂੰ ਬਲਾਕ ਫਰੀਦਕੋਟ ਨੂੰ ਸ਼ਿਕਾਇਤ ਭੇਜਤੀ, ਜਿਹੜੀ ਉਹਨਾਂ ਨੇ ਨਿਰੀਖਣ ਕਰਨ ਤੋਂ ਬਾਅਦ ਸਾਨੂੰ ਜਿਹੜੀ 29 ਤਰੀਕ ਨੂੰ ਰਿਪੋਰਟ ਦੇਤੀ। ਅਸੀਂ 30 ਤਰੀਕ ਨੂੰ ਅੱਜ ਯੂਨੀਵਰਸਿਟੀ ਨੂੰ ਨੋਟਿਸ ਕੱਢਤਾ ਅਤੇ ਸਾਡਾ ਅੰਕੜਾ ਵਿਭਾਗ ਆ ਜਿਹੜਾ ਉਹਨਾਂ ਦਾ ਜੋ ਤਜਰਬਾ ਵਾ ਇੱਕ ਮਰਲੇ 'ਚੋਂ ਬਈ ਉਹਦਾ ਕੋਈ ਝਾੜ ਘਟਣ ਦਾ ਅਸਾਰ ਨਾ ਹੋਵੇ, ਉਹ ਇੱਕ ਮਰਲੇ ਦਾ ਜੋ ਝਾੜ ਆਊਗਾ ਉਹ ਸੰਬੰਧੀ ਫਿਰ ਜ਼ਿਲ੍ਹੇ ਦਾ ਝਾੜ ਦੇਖਿਆ ਜਾਊਗਾ। ਉਹ ਸੰਬੰਧ ਜੇ ਕੋਈ ਉਹਦਾ ਪ੍ਰੋਬਲਮ ਆਈ ਤਾਂ ਉਸ ਸੰਬੰਧ ਉਸ ਤੋਂ ਬਾਅਦ ਕੋਈ ਕਾਰਵਾਈ ਕੀਤੀ ਜਾਊਗੀ। ਅਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਪੰਜਾਬ ਦੇ ਨਵੇਂ DGP ਦੀ ਨਿਯੁਕਤੀ ਦੀ ਤਿਆਰੀ। ਪੰਜਾਬ ਸਰਕਾਰ ਦੇ ਵੱਲੋਂ UPSC ਨੂੰ ਭੇਜਿਆ ਗਿਆ ਨਾਵਾਂ ਦਾ ਪੈਨਲ। ਦਿਨਕਰ ਗੁਪਤਾ ਦੇ ਨਾਮ ਦੀ ਵੀ ਕੀਤੀ ਗਈ ਸਿਫਾਰਿਸ਼। ਚਟੋਪਾਧਿਆਏ ਤੇ ਸਹੋਤਾ ਸਣੇ 10 ਨਾਵਾਂ ਦਾ ਭੇਜਿਆ ਗਿਆ ਪੈਨਲ। ਹੁਣ 11 ਅਕਤੂਬਰ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਸਰਕਾਰੀ ਖਰੀਦ। ਮੀਂਹ ਦੇ ਮੌਸਮ ਦਾ ਹਵਾਲਾ ਦੇ ਕੇ ਕੇਂਦਰ ਨੇ ਬਦਲੀ ਤਾਰੀਖ। ਮੁੱਖ ਮੰਤਰੀ ਨੇ ਨਿਰਦੇਸ਼ ਵਾਪਸ ਲੈਣ ਦੀ ਦਿੱਤੀ ਸਲਾਹ। ਪ੍ਰਧਾਨ ਮੰਤਰੀ ਮੋਦੀ ਨੂੰ ਨਿੱਜੀ ਦਖਲ ਦੀ ਕੀਤੀ ਮੰਗ। ਝੋਨੇ ਦੀ ਸਰਕਾਰ ਖਰੀਦ ਤੇ ਕੇਂਦਰ ਦੇ ਫੈਸਲੇ ਤੇ ਮਚਿਆ ਘਮਾਸਾਨ। ਅਕਾਲੀ ਦਲ ਨੇ ਫੈਸਲੇ ਦੀ ਕੀਤੀ ਨਖੇਦੀ। ਕਿਹਾ ਸਰਕਾਰ ਨੂੰ ਕਿਸਾਨਾਂ ਦੀ ਨਹੀਂ ਪਰਵਾਹ। ਕੇਂਦਰ ਆਪਣਾ ਫਰਮਾਨ ਤੁਰੰਤ ਲਵੇ ਵਾਪਸ। ਕਾਂਗਰਸ ਵਿਚਲਾ ਕਲੇਸ਼ ਸੁਲਝਾਏਗੀ ਤਾਲਮੇਲ ਕਮੇਟੀ। ਸੂਤਰਾਂ ਦੇ ਹਵਾਲੇ ਤੋਂ ਖਬਰ। ਮੁੱਖ ਮੰਤਰੀ ਤੇ ਸਿੱਧੂ ਵੀ ਹੋਣਗੇ ਕਮੇਟੀ ਦੇ ਮੈਂਬਰ। ਮਨਪ੍ਰੀਤ ਬਾਦਲ ਦੀ ਰਿਹਾਇਸ਼ ਤੇ ਪਹੁੰਚੇ ਹਰੀਸ਼ ਚੌਧਰੀ।
ਗੁਲਾਬੀ ਸੁੰਡੀ ਦੀ ਮਾਰ ਤੋਂ ਪਰੇਸ਼ਾਨ ਕਿਸਾਨਾਂ ਨੇ ਲਾਏ ਸਰਕਾਰ ਤੇ ਇਲਜ਼ਾਮ, ਕਿਹਾ ਹਲੇ ਤੱਕ ਨਹੀਂ ਹੋਈ ਪਹਿਲੇ ਨੁਕਸਾਨ ਦੀ ਭਰਪਾਈ। ਅਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਜੋਤੀ ਜੋਤ ਦਿਵਸ। ਸ਼ਰਧਾ ਤੇ ਸਤਿਕਾਰ ਨਾਲ ਗੁਰਦੁਆਰਾ ਸਹਿਬਾਨਾ ਵਿੱਚ ਨਤਮਸਤਕ ਹੋ ਰਹੀਆਂ ਨੇ ਸੰਗਤਾਂ। ਅਤੇ ਖਬਰਾਂ ਸੰਬੰਧੀ ਕੋਈ ਜਾਣਕਾਰੀ ਜਾਂ ਫਿਰ ਕੋਈ ਸੁਝਾਅ ਸਾਡੇ ਤੱਕ ਪਹੁੰਚਾਉਣ ਲਈ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ news@fastway.in ਤੇ। ਤੁਸੀਂ ਸਾਨੂੰ ਆਨਲਾਈਨ ਵੀ ਦੇਖ ਸਕਦੇ ਹੋ www.fastway.in ਤੇ। ਬੁਲਟਨ ਵਿੱਚ ਫਿਲਹਾਲ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।